ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪੋ ਆਪਣਾ ਮਨ ਸਤਿਗੁਰਾਂ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕਰੀਏ। ਜਿੰਨਾ ਚਿਰ ਮਨ ਦੀ ਹਾਜ਼ਰੀ ਨਹੀਂ ਲੱਗਦੀ, ਉਹਨਾਂ ਚਿਰ ਗੁਰਬਾਣੀ ਦੀ ਸਮਝ ਇਸ ਮਨ ਨੂੰ ਨਹੀਂ ਆਉਂਦੀ। ਮਨ ਹਾਜ਼ਰ ਹੋਵੇਗਾ, ਮਨ ਸੁਣੇਗਾ, ਤਾਂ ਕੁਝ ਜੀਵਨ ਵਿੱਚ ਤਬਦੀਲੀ ਆਉਂਦੀ ਹੈ। ਜੀਵਨ ਅਦਲ ਬਦਲ ਹੁੰਦਾ ਹੈ। ਮਾੜੇ ਕੰਮਾਂ ਤੋਂ, ਮਾੜੇ ਰਾਹਾਂ ਤੋਂ, ਬੁਰਾ ਸੋਚਣ ਵੱਲੋਂ, ਬੁਰਿਆਈ ਕਰਨ ਵੱਲੋਂ ਪਤਾ ਨਹੀਂ ਕਿਤਨਾ ਕੁ ਕੂੜ ਦਾ ਪਸਾਰਾ ਹੈ, ਝੂਠ ਦਾ ਪਸਾਰਾ ਹੈ। ਉਸ ਵੱਲੋਂ ਮੁੜਨ ਵੱਲੋਂ ਤਾਂ ਮਨ ਨੂੰ ਸਮਝ ਪੈਂਦੀ ਹੈ, ਤਾਂ ਫਿਰ ਮਾੜੇ ਕੰਮ ਤੋਂ ਪਾਸਾ ਕਰ ਜਾਂਦਾ ਹੈ, ਸਾਈਡ ਕਰ ਜਾਂਦਾ ਹੈ, ਛੱਡ ਜਾਂਦਾ ਹੈ ਮੰਦਾ ਕਰਮ, ਮਾੜਾ ਕਰਮ, ਭੈੜਾ ਕਰਮ। ਨਹੀਂ ਤਾਂ ਜ਼ਿੰਦਗੀਆਂ ਕੰਪਲੀਟ ਹੋ ਜਾਂਦੀਆਂ ਹਨ, ਉਮਰਾਂ ਮੁੱਕ ਜਾਂਦੀਆਂ ਹਨ ਜਿਹੜੀਆਂ ਮਿਲੀਆਂ ਹਨ ਵਾਹਿਗੁਰੂ ਜੀ ਵੱਲੋਂ। ਇਹ ਤੇ ਕਦੀ ਸੋਚ ਹੀ ਨਹੀਂ ਆਉਂਦੀ ਬੰਦੇ ਨੂੰ ਕਿ ਮੇਰਾ ਕਿੰਨਾ ਕੁ ਜੀਵਨ ਹੈ। ਐਸਾ ਦੁਨੀਆ ਦੇ ਵਿੱਚ ਮਸਤ ਹੋ ਗਿਆ ਹੈ, ਇੰਝ ਜਾਣੋ ਨਸ਼ਾ ਹੀ ਚੜ੍ਹ ਗਿਆ ਦੁਨੀਆ ਦਾ। ਵਾਹਿਗੁਰੂ ਜੀ ਦਾ ਨਾਮ ਭੁੱਲ ਗਿਆ, ਸੇਵਾ ਭੁੱਲ ਗਈ, ਸਿਮਰਨ ਭੁੱਲ ਗਿਆ, ਗੁਰਬਾਣੀ ਭੁੱਲ ਗਈ, ਗੁਰੂਆਂ ਦੇ ਉਪਦੇਸ਼ ਭੁੱਲ ਗਏ, ਜਿਸ ਕਰਕੇ ਦੁਖੀ ਹੈ। ਥੋੜੀ ਦੁਨੀਆ ਵਿੱਚ ਦੁਖੀ ਨਹੀਂ, ਨਾਨਕ ਦੁਖੀਆ ਸਭ ਸੰਸਾਰ। ਕਰੋੜਾਂ ਵਿੱਚੋਂ ਕੋਈ ਵਿਰਲਾ ਹੈ, ਕੋਟਨ ਮੈਂ ਨਾਨਕ ਕੋਉ। ਕਰੋੜਾਂ ਵਿੱਚੋਂ ਕੋਈ ਹੈ ਜਿਹਨੂੰ ਮਨ ਨੂੰ ਸੋਝੀ ਹੈ। ਫਰੀਦਾ ਇਕਨਾਂ ਨੂੰ ਸਭ ਸੋਝੀ ਆਈ। ਇੱਕ ਫਿਰਦੇ ਬੇਪਰਵਾਹ, ਦੇਖੀ ਜਾਏਗੀ ਜੋ ਹੋਏਗਾ। ਬੇਪਰਵਾਹ ਭੁੱਲਾਂ ਮਨ ਕਰਦੇ ਹਨ, ਗਲਤੀਆਂ ਕਰਦੇ ਹਨ, ਕਿਉਂਕਿ ਜੋ ਜੋ ਮਨ ਨੇ ਕਰਨਾ ਹੈ ਸਰੀਰ ਨੇ ਉਂਝ ਹੀ ਕਰਦੇ ਜਾਣਾ ਹੈ। Our mind is organizer of the body. At the same time, whatever mind tells the body, body does the same as mind decided. ਜੋ ਮਨ ਅੱਖਾਂ ਨੂੰ ਕਵੇਗਾ, ਅੱਖਾਂ ਉਹੀਓ ਦੇਖਣ ਲੱਗ ਪੈਣਗੀਆਂ। ਜੋ ਕੰਨਾਂ ਨੂੰ ਕਵੇਗਾ, ਕੰਨ ਉਹੀਓ ਸੁਣਨ ਲੱਗ ਪੈਣਗੇ। ਜੋ ਹੱਥਾਂ ਨੂੰ ਕਵੇਗਾ, ਹੱਥ ਉਹੀਓ ਕਰਨ ਲੱਗ ਪੈਣਗੇ। ਜਿਵੇਂ ਪੈਰਾਂ ਨੂੰ ਕਵੇਗਾ, ਪੈਰ ਉਸੇ ਪਾਸੇ ਤੁਰਨ ਲੱਗ ਪੈਣਗੇ। ਸਾਰਾ ਕੁਝ ਮਨ ਦੇ ਹੱਥ ਹੈ। ਦਿਲ ਤਾਂ ਜੁੜਿਆ ਰਹਿੰਦਾ ਹੈ ਪਰਮਾਤਮਾ ਨਾਲ, ਪਰ ਦਿਲ ਦੀ ਗੱਲ ਮਨ ਸੁਣਦਾ ਨਹੀਂ। ਤੇ ਸੱਚੇ ਵੀ ਉਹੀਓ ਹਨ ਮਨ ਜਿਹੜੇ ਹਨ ਜਿਨ੍ਹਾਂ ਦੀ ਮੁਹੱਬਤ ਆਪਣੇ ਵਾਹਿਗੁਰੂ ਜੀ ਨਾਲ ਹੈ, ਸੱਚ ਨਾਲ ਪਿਆਰ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜਿਨ ਮਨ ਹੋਰ, ਮੁਖ ਹੋਰ, ਸੇ ਕਾਢੇ ਕੱਚਿਆ, ਉਹ ਕੱਚੇ ਹਨ। ਕੱਲ੍ਹ ਆਪ ਜੀ ਸਰਵਣ ਕਰ ਰਹੇ ਸੀ, ਅੱਜ 5ਵਾਂ ਐਪੀਸੋਡ ਹੈ।
ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਿਆ ਜਾਣਾ ਜਿੰਦੜੀਏ ਸਾਹ ਆਵੇ ਕਿ ਨਾ ਆਵੇ ਰਾਮ। ਜਿੰਨਾ ਚਿਰ ਸਾਹ ਚੱਲਦੇ ਹਨ ਉਹਨਾਂ ਚਿਰ ਨਾਮ ਜਪ ਲਈਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਮੰਨ ਲਈਏ, ਗੁਰਬਾਣੀ ਨੂੰ ਮੰਨ ਲਈਏ। ਜੋ ਗੁਰਬਾਣੀ ਸਾਡੀ ਗੁਰੂ ਹੈ, ਜਿਹਦੇ ਲੜ ਲਾ ਕੇ ਗਏ ਹਨ ਬਾਜਾਂ ਵਾਲੇ, ਕਲਗੀਆਂ ਵਾਲੇ, ਸਾਹਿਬ ਦਸ਼ਮੇਸ਼ ਪਿਤਾ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। My order to all Sikhs, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ says, your Guru is Guru Granth Sahib Maharaj Ji forever after me। ਸਾਡੇ ਤੋਂ ਬਾਅਦ ਵਿੱਚ ਸ਼ਬਦ ਤੁਹਾਡਾ ਗੁਰੂ ਹੈ, ਗੁਰਬਾਣੀ ਤੁਹਾਡੀ ਗੁਰੂ ਹੈ। ਜੋ ਜੋ ਗੁਰਬਾਣੀ ਨੂੰ ਵਿਚਾਰਦੇ ਹਨ, ਗੁਰਬਾਣੀ ਦੇ ਹੁਕਮ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ, ਉਹਨਾਂ ਦਾ ਦੁਨੀਆ ਤੇ ਆਉਣਾ ਸਫਲ ਹੋ ਜਾਂਦਾ ਹੈ। ਉਹਨਾਂ ਦੀ ਆ ਦੁਨੀਆ ਦੀ ਯਾਤਰਾ ਸਫਲ 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 ਪਈ ਯਾਤਰਾ। ਆਵਣ ਜਾਣ ਰਹੇ ਮਿਲੇ ਸਾਧਾ। ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਧੰਨ ਗੁਰੂ ਨਾਨਕ ਸਾਹਿਬ ਇਸ ਵੇਲੇ ਪ੍ਰੈਜ਼ੈਂਟ ਟਾਈਮ ਤੇ ਸ਼ਬਦ ਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ, ਮੁਕਤ ਹੋ ਜਾਂਦੇ ਹਨ। ਸੇਵਾ ਕਰ ਕਰਕੇ ਜੁਗਤੀ ਲੱਭ ਜਾਂਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੇ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਚੌਥੇ ਨੰਬਰ ਵਿੱਚ, ਬੰਦੇ ਦੇ ਕੋਲ ਖੋਟੀ ਰਾਸ ਹੈ ਕਿਉਂਕਿ ਮਨ ਖੋਟਾ ਹੈ। ਸੱਚ ਦੀ ਜਗ੍ਹਾ ਖੋਟ ਹੀ ਇਕੱਠੀ ਕਰਦਾ ਰਹਿੰਦਾ ਹੈ। ਕਹਿ ਵੀ ਦੇਈਦਾ ਹੈ ਇਸ ਬੰਦੇ ਦਾ ਮਨ ਖੋਟਾ ਹੈ। ਤੇ ਖੋਟੇ ਪੈਸੇ, ਖੋਟੇ ਰੁਪਈਏ, ਖੋਟੀ ਚੇਂਜ ਨਹੀਂ ਚੱਲਦੀ, ਕਿਸੇ ਕੰਮ ਨਹੀਂ ਆਉਂਦੀ। ਬੰਦੇ ਦੇ ਕੋਲ ਜ਼ਿਆਦਾ ਖੋਟੀ ਰਾਸ ਹੈ, ਕੂੜ ਦੀ ਰਾਸ ਹੈ, ਝੂਠ ਦੀ ਰਾਸ ਹੈ, ਝੂਠ ਦਾ ਸਮਾਨ ਹੈ, ਝੂਠ ਦੇ ਬੋਲ ਹਨ, ਝੂਠ ਦਾ ਸੁਣਨਾ ਹੈ, ਝੂਠ ਵੱਲ ਤੁਰਨਾ ਹੈ, ਝੂਠੇ ਕੰਮ ਕਰਨੇ ਹਨ ਹੱਥਾਂ ਦੇ ਨਾਲ। ਖੋਟੀ ਹੀ ਰਾਸ ਹੈ, ਖੋਟੀ ਰਾਸ, ਖੋਟਾ ਵਾਪਾਰਾ। ਕੱਜਲ ਦੀ ਕੋਠੜੀ ਵੀ ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਕਾਲੇ ਕੰਮ ਜਦੋਂ ਬੰਦਾ ਕਰਦਾ ਹੈ, ਕਾਲਕ ਲੱਗ ਹੀ ਜਾਂਦੀ ਹੈ। ਨਾਨਕ ਦੁਨੀਆ ਪਸ ਰੰਗ, ਇਹ ਵੀ ਕੱਲ ਆਪ ਜੀ ਨੇ ਸਰਵਣ ਕਰ ਲਿਆ ਹੈ ਕਿ ਆ ਬੋਡੀ ਪੂਰੀ ਦੁਨੀਆ ਦੀ, ਇਹਦਾ ਰੰਗ ਸਵਾਹ ਹੈ, ਖਾਕ ਹੈ, ਐਸ਼ ਹੈ, ਮਿੱਟੀ ਹੈ। ਅੱਗੇ ਲੇਖੇ ਦੇਣੇ ਪੈਣੇ ਹਨ। ਅੱਗੇ ਲੇਖਾ ਹੈ ਕਿਉਂਕਿ ਅੱਗਾ ਆਉਣਾ ਹੀ ਹੋਣਾ ਹੈ। ਐਵੇਂ ਬੰਦੇ ਨੂੰ ਭੁਲੇਖਾ ਹੈ, ਦੁਨੀਆ ਨੂੰ ਚੰਬੜਿਆ ਪਿਆ ਹੈ। ਸਤਿਗੁਰਾਂ ਨੇ ਦੋ ਰਾਹ ਬਣਾਏ ਹਨ। ਇੱਕ ਅਧਿਆਤਮਕ ਹੈ, ਆਤਮਾ ਨਾਲ ਜੁੜ ਕੇ ਪਰਮਾਤਮਾ ਨਾਲ ਜੁੜ ਜਾਣਾ, ਨਾਮ ਜਪਣਾ। ਜਿੰਨਾ ਚਿਰ ਆਤਮਾ ਦੇ ਨਾਲ ਇਹ ਮਨ ਨਹੀਂ ਜੁੜਦਾ, ਦਿਲ ਦੇ ਨਾਲ ਮਨ ਨਹੀਂ ਜੁੜਦਾ, ਇਹ ਦੁਨੀਆ ਨਾਲ ਹੀ ਜੁੜਿਆ ਰਹੇਗਾ। ਅੰਦਰ ਜਾਵੇਗਾ ਅੰਤਰਮੁਖ ਹੋ ਕੇ, ਕਿਉਂਕਿ ਜਿੰਨੀ ਦੁਨੀਆ ਹੈ ਆਤਮ ਪਸਾਰਾ ਹੈ। ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀ। ਪਰਮਾਰਥਕ ਕਰਮ ਕਰੇ ਤਾਂ ਦੁਨੀਆ ਦੇ ਕੰਮ ਕਾਰ, ਦੁਕਾਨਾਂ ਵਗੈਰਾ, ਨੌਕਰੀਆਂ ਚਾਕਰੀਆਂ, ਜੋ ਕੁਝ ਵੀ ਕਰਦਾ ਹੈ, ਵਿਵਹਾਰ ਕਰਦਾ ਹੈ, ਉਹ ਵੀ ਸੱਤ ਹੈ।
ਅਧਿਆਤਮਕ ਕਰਮ ਜਦੋਂ ਕਰਦਾ ਹੈ ਉਦੋਂ ਵਿਵਹਾਰਕ ਕਰਮ ਅਸਤ ਹੋ ਜਾਂਦੇ ਹਨ, ਝੂਠ ਹੋ ਜਾਂਦੇ ਹਨ। ਆਤਮਾ ਨਾਲ ਮਨ ਜੁੜ ਜਾਂਦਾ ਹੈ, ਸਭ ਕੁਝ ਉਸ ਵੇਲੇ ਛੁੱਟ ਜਾਂਦਾ ਹੈ। ਭਾਵੇਂ 2 ਮਿੰਟ 4 ਮਿੰਟ ਅੱਧਾ ਘੰਟਾ ਨਿਤਨੇਮ ਕਰਨ ਵੇਲੇ, ਰਹਿਰਾਸ ਸਾਹਿਬ ਪੜ੍ਹਨ ਵੇਲੇ, ਗੁਰੂ ਦੇ ਚਰਨਾਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣ ਵੇਲੇ ਮਨ ਦੀ ਹਾਜ਼ਰੀ ਬੜੀ ਜ਼ਰੂਰੀ ਹੈ। ਇਹ ਪੂਰੀ ਦੁਨੀਆ ਦਾ ਰੰਗ ਭਸ ਹੈ, ਭਸਮ ਹੈ, ਲੇਖੇ ਦੇਣੇ ਪੈਣੇ ਹਨ। ਦੁਨੀਆ ਦੇਖ ਨਾ ਭੂਲ ਸਾਹਿਬ, ਲੇਖਾ ਮੰਗਸੀ, ਅੱਗੇ ਲੇਖੇ ਮੰਗਿਆ ਹੋਰ ਦਸੂਣੀ ਪਾਇਆ। ਆਪੋ ਆਪਣਾ ਕੀਤਾ 10 ਗੁਣਾ ਪਾਉਣਾ ਪਵੇਗਾ। ਚੰਗਾ ਕੀਤਾ ਚੰਗਾ ਮਿਲੇਗਾ, ਮੰਦਾ ਕੀਤਾ ਹੈ ਮੰਦਾ ਅੱਗੇ ਆਵੇਗਾ। ਥੋੜਾ ਵੀ ਨਹੀਂ, 10 ਗੁਣਾ। ਗੁਰਬਾਣੀ ਵਿੱਚ ਦੁਨੀਆ ਦਾ ਨਾਸ ਹੋਣਾ ਮੰਨਿਆ ਹੀ ਮੰਨਿਆ ਹੈ। ਉਮਰ ਜਦੋਂ ਬੀਤ ਜਾਂਦੀ ਹੈ, ਇਹ ਸੰਸਾਰ ਬੰਦੇ ਵਾਸਤੇ ਨਾਸ ਹੋ ਜਾਂਦਾ ਹੈ। ਹੋਰ ਆ ਜਾਂਦੇ ਹਨ, ਚਲੇ ਜਾਂਦੇ ਹਨ। ਇਹ ਆਉਣਾ ਜਾਣਾ ਚੱਲਦਾ ਰਹਿੰਦਾ ਹੈ, ਕਿਉਂਕਿ ਦੁਨੀਆ ਇੱਕ ਐਸਾ ਗਰਾਊਂਡ ਹੈ, ਵਾਹਿਗੁਰੂ ਜੀ ਇੱਥੇ ਉਹਨਾਂ ਨੇ ਖੇਡ ਬਣਾਈ ਹੋਈ ਹੈ। ਆਮਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਜਿੰਨੀ ਮਾਇਆ ਹੈ, ਖਿਲਾਰਾ ਹੈ, ਬੱਚਿਆਂ ਦਾ, ਪਰਿਵਾਰ ਦਾ, ਧੀਆਂ ਦਾ, ਪੁੱਤਰਾਂ ਦਾ, ਕੰਮਾਂ ਕਾਰਾਂ ਦਾ, ਮਿੱਤਰਾਂ ਦਾ, ਸੱਜਣਾਂ ਦਾ, ਇਹ ਸਭ ਖੇਲ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕੋਈ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ। ਆਪੋ ਆਪਣੀਆਂ ਖੇਡਾਂ ਸਾਰੇ ਖੇਡ ਰਹੇ ਹਨ। ਬੱਚੇ ਆਪਣੇ ਰੰਗਾਂ ਵਿੱਚ ਖੇਡ ਰਹੇ ਹਨ। ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਬਿਜ਼ਨਸ ਕਰ ਰਿਹਾ ਹੈ। ਦੁਨੀਆ ਖੇਡਾਂ ਖੇਡ ਰਹੀ ਹੈ। ਕਈਆਂ ਤੇ ਕਿਰਪਾ ਹੋ ਜਾਂਦੀ ਹੈ, ਉਹ ਅਧਿਆਤਮਕ ਤੌਰ 'ਤੇ ਆਤਮਾ ਨਾਲ ਜੁੜ ਜਾਂਦੇ ਹਨ, ਕਿਉਂਕਿ ਸਾਰਾ ਪਸਾਰਾ ਹੀ ਆਤਮਾ ਦਾ ਪਾਇਆ ਹੋਇਆ ਹੈ। ਵਾਹਿਗੁਰੂ ਜੀ ਨੇ ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਇਹ ਸ਼ਬਦ ਗੁਰਬਾਣੀ ਦੇ ਯਾਦ ਰੱਖਿਆ ਕਰੋ। ਆਤਮ ਰਾਮ ਸੰਸਾਰਾ। ਆਹ ਸੰਸਾਰ ਕੀ ਹੈ? ਜਿਹੜੀ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਸੰਸਾਰ ਕੀ ਹੈ? ਆਤਮ ਰਾਮ ਸੰਸਾਰਾ। ਹੁਣ ਸਮਾਂ ਐਸਾ ਹੈ, ਸਿਹਤਾਂ ਵੀ ਕਮਜ਼ੋਰ ਹਨ, ਦਿਮਾਗ ਵੀ ਉਹ ਨਹੀਂ ਰਹੇ, ਤਾਕਤਾਂ ਵੀ ਉਹ ਨਹੀਂ ਰਹਿ ਗਈਆਂ। ਜਿਵੇਂ ਜੰਦਰਾ ਖੋਲੀਦਾ ਹੈ, ਚਾਬੀ ਦੇ 2-3 ਦੰਦੇ ਹੁੰਦੇ ਹਨ, ਉਹਦੇ ਨਾਲ ਜੰਦਰਾ ਖੁੱਲ ਜਾਂਦਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਜਿਹੜੇ ਕੀਵਰਡ ਹਨ, ਹਮੇਸ਼ਾ ਦਿਨੇ ਰਾਤੀ ਯਾਦ ਰੱਖਿਆ ਕਰੀਏ। ਜਿਵੇਂ ਉੱਪਰ ਨਾਨਕ ਦੁਨੀਆ ਭਸ ਰੰਗ, ਦੁਨੀਆ ਸਾਰੀ ਦਾ ਰੰਗ ਸਵਾਹ ਹੈ, ਖਾਕ ਹੈ, ਐਸ਼ ਹੈ, ਮਿੱਟੀ ਹੈ। ਆਹ ਜਿਹੜਾ ਸੰਸਾਰ ਹੈ, ਇਹ ਸਾਰਾ ਆਤਮਾਵਾਂ ਦਾ ਪਸਾਰਾ ਹੈ। ਆਤਮ ਰਾਮ ਸੰਸਾਰਾ। ਆਤਮ ਰਾਮ ਰਮੇ ਹੋਏ ਹਨ ਜਿਹੜੇ ਹਰ ਹਿਰਦੇ ਵਿੱਚ।
ਸਾਵਾਂ ਦੇ ਰੂਪ ਵਿੱਚ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਜਿਹੜੇ ਸਾਹ ਨਾਲ ਵਾਹਿਗੁਰੂ ਕਹਿ ਲਈਏ ਸਮਝੋ ਦਰਸ਼ਨ ਹੋ ਜਾਂਦੇ ਹਨ, ਸੁਖ ਮਿਲ ਜਾਂਦਾ ਹੈ। ਪੜ੍ਹਿਆ ਕਰੋ ਵਾਕ ਮੇਰੇ ਸਾਹਾ। ਮੈਂ ਕਿਉਂਕਿ ਜੁੜਨਾ ਸਾਵਾਂ ਦੇ ਨਾਲ ਹੈ। ਨਾ ਹੱਥ ਜਾਣੇ ਨੇ, ਨਾ ਅੱਖਾਂ ਜਾਣੀਆਂ ਨੇ, ਨਾ ਕੰਨ ਜਾਣੇ ਨੇ, ਨਾ ਪੈਰ ਜਾਣੇ ਨੇ, ਨਾ ਇਹ ਬੋਡੀ ਜਾਣੀ ਹੈ। ਇੱਥੇ ਸੁੱਟ ਕੇ ਚਲੇ ਜਾਣਾ ਹੈ। ਸਾਹ ਨਹੀਂ ਛੱਡ ਕੇ ਜਾਣੇ, ਇਹ ਸਾਹ ਜਾਣਗੇ ਮਾਲਿਕ ਦੇ ਚਰਨਾਂ ਦੇ ਵਿੱਚ। ਇਸ ਕਰਕੇ ਸਾਵਾਂ ਨਾਲ ਪ੍ਰੇਮ ਕਰਨਾ, ਸਾਵਾਂ ਦੇ ਨਾਲ ਨਾਮ ਜਪਣਾ, ਆਪਣੇ ਆਪ ਨੂੰ ਕਹਿਣਾ ਮੇਰੇ ਸਾਹਾ। ਸਾਹ ਆ ਰਹੇ ਹਨ, ਮੈਂ ਹਰ ਦਰਸ਼ਨ ਸੁਖ ਹੋਏ। ਗੁਰੂ ਦੇ ਦਰਸ਼ਨ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੜਾ ਸੁੱਖ ਮਿਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਧਿਆਨ ਜੋੜੋ। ਕਲਗੀਧਰ ਸਾਹਿਬ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਧਿਆਨ ਜੋੜੋ, ਬੜਾ ਸੁੱਖ ਮਿਲਦਾ ਹੈ ਮਨ ਨੂੰ। ਪਰ ਸਾਵਾਂ ਨਾਲ ਪਿਆਰ ਕਰਨਾ ਹੈ। ਸਾਹ ਬਹੁਤੇ ਵੀ ਹੁੰਦੇ ਹਨ ਤੇ ਆਖਰ ਇੱਕ ਰਹਿ ਜਾਂਦਾ ਹੈ। ਜਿੰਨੇ ਵੀ ਆ ਜਾ ਰਹੇ ਹਨ ਸਭ ਮੁੱਕ ਜਾਂਦੇ ਹਨ। ਇੱਕ ਸਾਹ ਫਿਰ ਜਾਂਦਾ ਹੈ ਮਾਲਿਕ ਦੇ ਚਰਨਾਂ ਵਿੱਚ। ਜਦੋਂ ਕਾਇਆ ਤੇ ਹੰਸ ਦਾ, ਮਨ ਦਾ ਤੇ ਇਸ ਬੋਡੀ ਦਾ ਵਿਛੋੜਾ ਪੈ ਜਾਂਦਾ ਹੈ। ਕਾਇਆ ਹੰਸ ਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ਜਦੋਂ ਦਿਨ ਪੂਰੇ ਹੋ ਗਏ, ਪੁੰਨੇ ਦਾ ਭਾਵ ਦਿਨ ਪੂਰੇ ਹੋ ਗਏ, ਉਮਰਾਂ ਮੁੱਕ ਗਈਆਂ ਜਿਹੜੀਆਂ ਮਿਲੀਆਂ ਸਨ, ਸਾਹ ਵੀ ਮੁੱਕ ਗਏ ਜਿਹੜੇ ਮਿਲੇ ਸਨ। ਦੁਨੀਆ ਵਿੱਚ ਭੱਜਾ ਫਿਰਦਾ ਸੀ, ਦੌੜਿਆ ਫਿਰਦਾ ਸੀ, ਕੰਮ ਤੇ ਜਾ, ਇੱਧਰ ਜਾ, ਉੱਧਰ ਜਾ, ਹੁਣ ਕਾਹਦੇ ਨਾਲ ਜਾਵੇਂਗਾ। ਅਖੀਰਲਾ ਸਾਹ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ। ਸਵਾਸ ਪਰਮਾਤਮਾ ਨੇ ਵਾਪਸ ਲੈ ਲਏ। ਹਮ ਆਦਮੀ ਹਾਂ ਇੱਕਦਮੀ। ਉਹ ਜਿਹੜਾ ਇੱਕਦਮ ਹੈ ਉਹੀ ਚੱਲਦਾ ਰਹਿੰਦਾ ਹੈ, ਆਉਂਦਾ ਹੈ, ਜਾਂਦਾ ਹੈ, ਆਉਂਦਾ ਹੈ, ਜਾਂਦਾ ਹੈ, ਆਉਂਦਾ ਹੈ, ਜਾਂਦਾ ਹੈ। ਪਰ ਆਉਂਦਾ ਜਾਂਦਾ ਓਨਾ ਚਿਰ ਹੈ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਹੈ। ਪਿਆਰਿਓ, ਸਾਵਾਂ ਨਾਲ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਈਓ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਗੁਰਬਾਣੀ ਵਿੱਚ ਬੜੀ ਕਿਰਪਾ ਕੀਤੀ ਹੈ। ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਸਾਰੀ ਚਿੰਤਾ ਫਿਕਰ ਦੂਰ ਹੋ ਜਾਂਦੀ ਹੈ ਜੇ ਜਪਣ ਲੱਗ ਪਵੇ ਮਨ ਸਤਨਾਮ ਸ੍ਰੀ ਵਾਹਿਗੁਰੂ। ਇਹ ਸੰਸਾਰ ਜਿਹੜਾ ਹੈ ਇਹ ਮਾਤ ਲੋਕ ਹੈ। ਮਾਤਾ ਦੁਆਰਾ, ਮਾਂ ਦੁਆਰਾ ਜਨਮ ਹੁੰਦਾ ਹੈ ਜੀਵਾਂ ਦਾ। 4 ਪ੍ਰਕਾਰ ਹੁੰਦਾ ਹੈ, ਅੰਡਜ, ਜੇਰਜ, ਉਤਪੁਜ, ਸੇਤਜ। ਆਂਡਿਆਂ ਤੋਂ ਵੀ ਹੁਕਮ ਹਨ ਮਾਲਿਕ ਤੁਸੀਂ ਸਾਰਿਆਂ ਵਿੱਚ ਹੀ ਹੋ। ਅੰਡਜ ਆਂਡਿਆਂ ਵਿੱਚ, ਜੇਰਜ ਆ ਜਿਹੜੇ ਹਿਊਮਨ ਹਨ, ਮਾਨਸ ਹਨ ਜਿਵੇਂ ਅਸੀਂ ਹਾਂ। ਉਤਪੁਜ ਜਿੰਨੀ ਵਣਾਸਪਤੀ ਹੈ, ਫਲ, ਪੱਤੇ, ਅੰਗੂਰ, ਅੰਬ, ਸਬਜ਼ੀਆਂ, ਭਾਜੀਆਂ, ਕਣਕ, ਜੋ ਕੁਝ ਵੀ ਜਿਣਸਾਂ ਹਨ, ਫਰੂਟ ਹਨ, ਸੇਤਜ ਮੈਲ ਪਸੀਨੇ ਤੋਂ ਜੀਵ ਪੈਦਾ ਹੋ ਜਾਂਦੇ ਹਨ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੀ ਰਵੰਤਾ। ਮਾਲਿਕ
ਸਾਰਿਆਂ ਵਿੱਚ ਤੁਸੀਂ ਆਪ ਹੀ ਹੋ, ਕਿਉਂਕਿ ਰਚਨਾ ਤੁਹਾਡੀ ਹੈ। ਸਾਧੂ ਰਚਨਾ ਰਾਮ ਬਣਾਈ। ਸਾਰਿਆਂ ਦੇ ਵਿੱਚ ਆਤਮਾ ਹੈ। ਕੋਈ ਹਵਾ ਖਾ ਰਿਹਾ ਹੈ, ਕੋਈ ਮਿੱਟੀ ਖਾ ਰਿਹਾ ਹੈ, ਕੋਈ ਸ਼ੇਰ ਬਘਿਆੜ ਹੈ, ਮਾਸ ਖਾ ਰਿਹਾ ਹੈ, ਕੋਈ ਤ੍ਰਿਣ ਖਾ ਰਿਹਾ ਹੈ, ਸੁੱਕੇ ਤੀਲੇ, ਤੂੜੀ ਨਾਲ ਹੀ, ਪਰਾਲੀ ਨਾਲ ਹੀ ਢਿੱਡ ਭਰ ਲੈਂਦਾ ਹੈ। ਆਹ ਦਰਖਤਾਂ ਦੇ ਪੱਤੇ ਹਵਾ ਖਾ ਰਹੇ ਹਨ, ਹਵਾ ਨਾਲ ਹੀ ਖੁਸ਼ ਰਹਿੰਦੇ ਹਨ। ਸ਼ਬਦ ਪੜ੍ਹਿਆ ਕਰੋ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਪੌਣ ਸਮਾਰੀ ਪੌਣ ਸਮਾਰ। ਬੜਾ ਗਿਆਨ ਮਿਲ ਜਾਵੇਗਾ ਗੁਰਬਾਣੀ ਵਿੱਚੋਂ। ਗੁਰਬਾਣੀ ਇਸ ਜਗ ਮਹਿ ਚਾਨਣ। ਇਹ ਜ਼ਰੂਰ ਯਾਦ ਰੱਖਣਾ ਪਿਆਰਿਓ, ਜਿਹੜਾ ਜੰਦਰਾ ਲੱਗਾ ਹੋਇਆ ਹੈ ਮਨ ਨੂੰ, ਉਹ ਖੁੱਲ੍ਹ ਜਾਵੇਗਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ, ਗੁਰਬਾਣੀ ਗੁਰੂ ਕਰਕੇ ਮੰਨਾਂਗੇ, ਆਗਿਆ ਵਿੱਚ ਰਵਾਂਗੇ। ਤੇ ਜੇ ਪੜ੍ਹਨ ਵਿੱਚ ਲੱਗੇ ਰਵਾਂਗੇ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਪੜ੍ਹਨ ਨਾਲ ਲਾਭ ਬੜਾ ਹੈ। ਘਿਓ ਜਿਹੜਾ ਹੈ ਇੱਕ ਭਾਂਡੇ ਚੋਂ ਦੂਜੇ ਭਾਂਡੇ 'ਚ ਪਾਓ, ਹੱਥਾਂ ਨੂੰ ਲੱਗ ਜਾਂਦਾ ਹੈ। ਗੁਰਬਾਣੀ ਪੜ੍ਹੋਗੇ ਜਾਂ ਸੁਣੋਗੇ, ਕਈ ਵਾਰੀ ਨਹੀਂ ਪੜ੍ਹਨੀ ਆਉਂਦੀ ਤੇ ਬੰਦਾ ਸੁਣ ਸਕਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਤਾਂ ਵੀ ਦੁੱਖਾਂ ਦਾ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਜੇ ਸੁਣ ਵੀ ਲਵੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਧੁਰ ਦੇ ਬਚਨ ਹਨ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਆਤਮ ਰਾਮ ਸੰਸਾਰਾ, ਆਤਮ ਰਾਮ ਸੰਸਾਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਗੁਰੂ ਜੀ ਦੇ ਅੰਗ ਹਨ 764 764। ਉੱਚਾ ਤਾਂ ਦੱਸ ਦਿੱਤਾ ਹੈ, ਆਪ ਵੀ ਸਤਿਗੁਰਾਂ ਦੇ ਦਰਸ਼ਨ ਕਰਿਆ ਕਰੋ। ਲੱਭ ਲੱਭ ਕੇ ਢੂੰਡ ਢੂੰਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਹੀਰੇ ਮੋਤੀ ਜਿਹੜੇ ਹਨ ਉਹ ਚੁਣਿਆ ਕਰੋ। ਹੰਸ ਬਣਿਆ ਕਰੋ। ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ, ਬਗਲੇ ਨਹੀਂ ਬਣਨਾ। ਬਗਲਿਆਂ ਦਾ ਕੰਮ ਹੈ ਡੱਡੀਆਂ ਵੱਛੀਆਂ, ਡੱਡੀਆਂ ਭਾਲਣ ਜਾਣਾ। ਹੰਸਾਂ ਦਾ ਕੰਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਹੀਰੇ ਮੋਤੀ ਚੁਗਣੇ। ਹਰ ਸੋ ਹੀਰਾ ਛੱਡ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਭਗਤ ਰਵਿਦਾਸ ਜੀ ਨੇ ਸੱਚ ਫਰਮਾਇਆ ਹੈ, ਸਤ ਆਖਿਆ ਹੈ। ਵਾਹਿਗੁਰੂ ਜੀ ਦੇ ਨਾਮ ਦਾ ਹੀਰਾ ਚੁਗਣਾ ਕਰੋ ਹੰਸ ਬਣ ਕੇ। ਇਸ ਸੰਸਾਰ ਨੂੰ ਸਮਝੋ, ਬਾਕੀ ਤੇ ਐਸ਼ ਹੋ ਜਾਵੇਗਾ, ਮਿੱਟੀ ਹੋ ਜਾਵੇਗਾ, ਖਾਕ ਹੋ ਜਾਵੇਗਾ, ਸਵਾਹ ਹੋ ਜਾਵੇਗਾ, ਤੇ ਆਤਮਾ ਪਰਮਾਤਮਾ ਦੇ ਵਿੱਚ ਜਾ ਕੇ ਮਿਲ ਜਾਵੇਗੀ। ਆਤਮਾ ਦਾ ਸਾਥ ਲਿਆ ਕਰੋ। ਮਨਾ ਆਤਮਾ ਦੇ ਨਾਲ ਜੁੜ ਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਆਤਮਾ ਨਹੀਂ ਪੈਂਦੀ ਉਹਨਾਂ ਚਿਰ ਨਾ ਤਾਂ ਮੈਲ ਵਾਲੇ ਜੀਵ ਹਿੱਲਦੇ ਨੇ, ਨਾ ਪੱਤੇ ਹਿੱਲਦੇ ਨੇ, ਨਾ ਫਲ ਫਰੂਟ ਲੱਗਦੇ ਨੇ, ਨਾ ਕਣਕਾਂ, ਨਾ ਜਿਣਸਾਂ ਜਿਹੜੀਆਂ ਹਨ ਉਹ ਲਹਿਰਾਉਂਦੀਆਂ ਹਨ, ਨਾ ਬੰਦਾ ਸਾਹ ਲੈ ਸਕਦਾ ਹੈ।
ਆਤਮਾ ਹੈ ਤਾਂ ਜਿਉਂਦਾ ਹੈ, ਆਤਮਾ ਨਹੀਂ ਤਾਂ ਦੁਨੀਆ ਕੀ ਕਹਿ ਦਿੰਦੀ ਹੈ ਤੁਹਾਨੂੰ ਪਤਾ ਹੀ ਹੈ। ਆਤਮ ਰਾਮ ਸੰਸਾਰਾ, ਆ ਦੁਨੀਆ ਕੀ ਹੈ? ਇਹਦੇ ਵਿੱਚ ਰਾਮ ਰਮੇ ਹੋਏ ਹਨ, ਇੱਕ ਓੰਕਾਰ ਜੀ, ਅਕਾਲ ਪੁਰਖ ਵਾਹਿਗੁਰੂ ਜੀ। ਆਤਮ ਰਾਮ ਸੰਸਾਰਾ, ਇਹ ਸਾਰਾ ਸੰਸਾਰ ਆਤਮਾ ਕਰਕੇ ਹਿਲ ਜੁਲ ਰਿਹਾ ਹੈ। ਸੋਹਣੇ ਕੱਪੜੇ ਪਾ ਰਿਹਾ ਹੈ, ਅਤਰ ਆਦ ਮਲ ਰਿਹਾ ਹੈ, ਸਜ ਰਿਹਾ ਹੈ, ਸਵਰ ਰਿਹਾ ਹੈ। ਕੋਈ ਕੋਲ ਬੈਠੇ ਦੂਜੇ ਨੂੰ ਵਾਸ਼ਨਾ ਆਉਂਦੀ ਹੈ, ਤੂੰ ਕਿੰਨਾ ਸੋਹਣਾ ਸੈਂਟ ਮਾਰਿਆ ਹੈ। ਇਹ ਤਾਂ ਹੈ ਜੇ ਆਤਮਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਹਾਰਾ। ਇਹ ਦੁਨੀਆ ਦੀ ਖੇਡ 4 ਕੁ ਦਿਨਾਂ ਵਾਸਤੇ ਸੱਚੀ ਹੈ। ਨਾਨਕ ਦੁਨੀਆ 4 ਦਿਹਾੜੇ, ਇਹਨੂੰ ਸੱਚ ਵੀ ਮੰਨਿਆ ਹੈ ਤੇ ਝੂਠ ਵੀ ਮੰਨਿਆ ਹੈ। ਝੂਠੀ ਦੁਨੀਆ ਲੱਗ, ਕਿਉਂਕਿ 4 ਕੁ ਦਿਨਾਂ ਬਾਅਦ 100 ਕੁ ਸਾਲ ਜਾਂ ਉੱਪਰ ਥੋੜਾ ਬਹੁਤਾ ਜਾਂ ਥੱਲੇ ਬੰਦਾ ਮਰ ਮੁੱਕ ਜਾਂਦਾ ਹੈ। ਝੂਠੀ ਦੁਨੀਆ ਨਾਲ ਚੰਬੜਿਆ ਰਹਿੰਦਾ ਹੈ। ਸਤਿਗੁਰਾਂ ਨੇ ਹੁਕਮ ਕੀਤੇ ਹਨ, ਝੂਠੀ ਦੁਨੀਆ ਲੱਗ, ਇਹਦੇ ਨਾਲ ਲੱਗ ਕੇ ਨਾ ਆਪ ਵੰਜਾਈਏ, ਆਪਣੇ ਆਪ ਨੂੰ ਨਾ ਗਵਾਈਏ। ਜਿਹੜੇ 4 ਦਿਨ ਹੈਗੇ ਨੇ, ਉਨੀ ਕੁ ਦੁਨੀਆ ਸੱਚੀ ਫਰਮਾਈ ਹੈ ਸਤਿਗੁਰਾਂ ਨੇ, ਜਿਹਨੂੰ ਸੁਪਨਾ ਵੀ ਕਹੀਦਾ ਹੈ। ਸੁਪਨੇ ਸੱਚ ਹੁੰਦੇ ਹਨ। ਜੇ ਨੀਂਦ ਆਉਂਦੀ ਹੈ ਤਾਂ ਹੀ ਉਹ ਸੁਪਨੇ ਆਉਂਦੇ ਹਨ। ਜੇ ਬੋਡੀ ਕੋਲ ਹੈ, ਤਨ ਕੋਲ ਹੈ, ਦੇਹ ਕੋਲ ਹੈ, ਸਰੀਰ ਕੋਲ ਹੈ, ਜੇ ਸੁੱਤਾ ਹੋਇਆ ਤਾਂ ਹੀ ਉਹ ਸੁਪਨਾ ਆਵੇਗਾ। ਤੇ ਜੇ ਸਰੀਰ ਹੀ ਕੋਲ ਕੋਈ ਨਹੀਂ ਤੇ ਸੁਪਨਾ ਕਿਹਨੂੰ ਆਉਣਾ ਹੈ? ਜੇ ਮਨ ਕੱਲਾ ਧੱਕੇ ਖਾਂਦਾ ਫਿਰਦਾ ਹੈ, ਕਿੱਥੇ ਉਹਨੂੰ ਸੁਪਨੇ ਆਉਂਦੇ ਹਨ? ਸੁਪਨੇ ਤਾਂ ਆਉਂਦੇ ਹਨ ਜੇ ਬੋਡੀ ਕੋਲ ਹੈ, ਦੇਹ ਕੋਲ ਹੈ, ਸਰੀਰ ਕੋਲ ਹੈ, ਨੀਂਦ ਅੱਖਾਂ ਵਿੱਚ ਹੈ ਤਾਂ ਸੁਪਨੇ ਆਉਂਦੇ ਹਨ। 4 ਕੁ ਦਿਨਾਂ ਦਾ ਮੇਲਾ ਸੱਚਾ ਹੈ। ਦੁਨੀਆ ਸੱਚੀ ਵੀ ਹੈ, ਝੂਠੀ ਵੀ ਹੈ। ਮਾਲਕ ਕਹਿੰਦੇ ਹਨ ਸੱਚੇ ਪਾਤਸ਼ਾਹ, ਸਤਿਗੁਰਾਂ ਨੇ ਆਸਾ ਜੀ ਦੀ ਵਾਰ ਵਿੱਚ ਸੱਚ ਫਰਮਾਇਆ ਹੈ। ਸੱਚੇ ਸ਼ਲੋਕ ਮਹੱਲਾ ਪਹਿਲਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀ ਬਾਣ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ। ਸੱਚੇ ਤੋਦੇ ਆਖੈ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ। ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ। ਖੰਡ ਵੀ ਤੁਹਾਡੇ ਸੱਚੇ ਹਨ, ਬ੍ਰਹਮੰਡ ਵੀ ਸੱਚੇ ਹਨ। ਆਕਾਰ, ਸ਼ਕਲਾਂ, ਸੂਰਤਾਂ, ਮੂਰਤਾਂ ਜੋ ਦਿਸ ਰਹੀਆਂ ਹਨ ਸਭ ਸੱਚੀਆਂ ਹਨ। ਕੰਮ ਵੀ ਸੱਚਾ ਹੈ, ਤਾਈਓ ਤੇ ਸੰਤਤ ਔਲਾਦ ਹੋ ਜਾਂਦੀ ਹੈ, ਧੀ ਪੁੱਤਰ ਹੋ ਜਾਂਦੇ ਹਨ। ਪੁੱਤੀ ਗੰਢ ਪਵੇ ਸੰਸਾਰ, ਪਰ ਸੀਮਾ ਵਿੱਚ ਰਹਿਣ ਵਾਸਤੇ ਗੁਰਬਾਣੀ ਸਮਝਾ ਦਿੰਦੀ ਹੈ। ਵਿਚਾਰ ਵੀ ਸੱਚੇ ਹਨ, ਪਰ ਵਿਚਾਰਾਂ ਵਿੱਚ ਗੁਰਬਾਣੀ ਦੀ ਵਿਚਾਰ ਹੋਵੇ। ਹਕੂਮਤਾਂ ਵੀ ਸੱਚੀਆਂ ਹਨ, ਪਰ ਰਾਜ ਸੱਚ ਦਾ ਹੋਵੇ। ਦਰਬਾਰ ਵੀ ਸੱਚੇ ਹਨ, ਪਰ ਜਿਵੇਂ ਸਤਿਗੁਰੂ ਜੀ ਦਾ ਦਰਬਾਰ ਹੈ ਸੱਚਾ, ਵਾਹਿਗੁਰੂ ਜੀ ਦਾ ਦਰਬਾਰ ਹੈ, ਉਂਝ ਦੁਨੀਆ ਤੇ ਜੇ ਦਰਬਾਰ ਵੀ ਹਨ ਕਿਸੇ ਨੂੰ ਦਿੱਤੇ ਹੋਏ ਮਾਲਕ ਨੇ, ਉੱਥੇ ਸੱਚ ਹੀ ਹੋਵੇ। ਫਰਮਾਨ ਵੀ ਜੇ ਕੋਈ ਕਰਨ ਵਾਲਾ ਹੋਵੇ ਤੇ ਉਹ ਵੀ ਮਾਲਕ ਦੇ ਡਰ ਵਿੱਚ ਫਰਮਾਨ ਕਰੇ। ਦੁਨੀਆ ਨੂੰ ਸੱਚ ਵੀ ਮੰਨਿਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਇਹ ਆਤਮ ਦਾ ਪਸਾਰਾ ਜਿਹੜਾ ਹੈ ਸਭ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਹਰ ਕੰਮ ਵਿੱਚ, ਹਰ ਜੀਅ ਵਿੱਚ ਉਸ ਵਾਹਿਗੁਰੂ ਦੀ ਹੋਂਦ ਹੈ। ਉਹ ਹੈਗੇ ਨੇ ਤਾਂ ਹੀ ਅਸੀਂ ਤੁਰੇ ਫਿਰਦੇ ਹਾਂ।
ਦੁੱਧ ਹੈ ਤੇ ਤਾਂ ਦਹੀਂ ਹੈ, ਪਾਣੀ ਤੋਂ ਦੁੱਧ ਨਹੀਂ ਬਣ ਸਕਦਾ, ਨਾ ਦਹੀਂ ਬਣ ਸਕਦਾ ਹੈ। ਤਿਲ ਹੈਗੇ ਨੇ, ਤਿਲਾਂ ਨੂੰ ਪੀੜੀ ਦਾ ਹੈ ਤਾਂ ਜਾ ਕੇ ਵਿੱਚੋਂ ਮਸਟਰਡ ਆਇਲ, ਸਰੋਂ ਦਾ ਤੇਲ ਜਾਂ ਐਨੀ ਨਿਕਲਦਾ ਹੈ। ਰੇਤਾ ਵਿੱਚੋਂ ਤੇਲ ਨਹੀਂ ਨਿਕਲਦਾ, ਰੇਤਾ ਦੇ ਦਾਣਿਆਂ ਚੋਂ ਤੇਲ ਨਹੀਂ ਨਿਕਲਦੇ ਹੁੰਦੇ। ਸੋਨੇ ਤੋਂ ਗਹਿਣੇ ਬਣ ਜਾਂਦੇ ਹਨ, ਗਲਾਂ ਦੇ, ਕੰਨਾਂ ਦੇ, ਹੱਥਾਂ ਦੇ। ਸੱਜ ਵੱਜ ਜਾਂਦਾ ਹੈ ਸੋਨੇ ਨਾਲ ਬੰਦਾ, ਪਰ ਮਿੱਟੀ ਤੋਂ ਨਹੀਂ ਬਣਦੇ। ਹੋਂਦ ਚਾਹੀਦੀ ਹੈ, ਤੇ ਸਾਡੀ ਹੋਂਦ ਹੈ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਜੀ। ਤਾਈਓ ਅਸੀਂ ਭੱਜੇ ਫਿਰਦੇ ਹਾਂ, ਦੌੜੇ ਫਿਰਦੇ ਹਾਂ, ਸੋਹਣੇ ਸੋਹਣੇ ਘਰਾਂ ਵਿੱਚ, ਮਕਾਨਾਂ ਵਿੱਚ, ਸੋਹਣੇ ਸੋਹਣੇ ਬਿਸਤਰਿਆਂ ਤੇ, ਸੋਹਣੀਆਂ ਸੋਹਣੀਆਂ ਗੱਡੀਆਂ ਮੋਟਰਾਂ ਤੇ, ਹਾਥੀਆਂ ਤੇ, ਘੋੜਿਆਂ ਤੇ, ਕਿਉਂਕਿ ਵਾਹਿਗੁਰੂ ਦੀ ਹੋਂਦ ਹੈ। ਜੇ ਹੋਂਦ ਨਾ ਹੋਵੇ ਵਾਹਿਗੁਰੂ ਜੀ ਦੀ ਸੱਤ ਦੀ, ਤਾਂ ਅਸਤ ਹੈ। ਜਦੋਂ ਮਾਲਿਕ ਆਪਣੀ ਹੋਂਦ ਸਮਾਪਤ ਕਰ ਲੈਂਦੇ ਹਨ, ਉਸ ਵੇਲੇ ਇਹ ਬੋਡੀ, ਇਹ ਦੇਹ, ਇਹ ਤਨ, ਇਹ ਸਰੀਰ, ਇਹ ਸੋਹਣਾ ਸੁਨੱਖਾ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ, ਅਸਤ ਹੋ ਜਾਂਦਾ ਹੈ, ਝੂਠ ਹੋ ਜਾਂਦਾ ਹੈ। ਸਤ ਹੋਤਾ ਅਸਤ ਕਰ ਮਾਨਿਆ, ਜੋ ਬਿਨਸਤ ਸੋ ਨੇਹ ਚਲ ਜਾਨਤ। ਅੰਗ ਹੈ 1000। ਇੱਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਦਾਸ ਦਿਲਬਾਗ ਸਿੰਘ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਕਥਾ ਕਰਨ ਲੱਗਿਆਂ, ਸ਼ਬਦਾਂ ਦੇ ਅਰਥ ਕਰਨ ਲੱਗਿਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਸਾਡੇ ਸਤਿਗੁਰੂ ਹੋ। ਤੁਹਾਡੇ ਲੜ ਲਾ ਗਏ ਹਨ ਕਲਗੀਆਂ ਵਾਲੜੇ ਦਾਤਾਰ ਪਾਤਸ਼ਾਹ ਸਾਹਿਬ ਦਸਮੇਸ਼ ਪਿਤਾ ਜੀ। ਤੁਹਾਡੇ ਬਚਨ ਯਾਦ ਹਨ ਸਾਨੂੰ। ਮਾਈ ਆਰਡਰ ਟੂ ਆਲ ਸਿੱਖਸ, ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਫਾਰ ਐਵਰ ਆਫਟਰ ਮੀ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਧ ਸੰਗਤ ਰੱਬ ਦਾ ਰੂਪ ਹੈ। ਦਾਸ ਦਿਲਬਾਗ ਸਿੰਘ ਨੂੰ ਖਿਮਾ ਕਰ ਦੇਣਾ। ਅੱਜ 5ਵਾਂ ਐਪੀਸੋਡ ਸੀ। ਕੁਝ ਕੁ ਦਿਨ ਗੁਰਬਾਣੀ ਦੀ ਕਥਾ ਚੱਲਦੀ ਰਹੇਗੀ। ਜੇ ਤੁਸੀਂ ਸੁਣਦੇ ਹੋ ਤੇ ਜਦੋਂ ਕਮੈਂਟਸ ਕਰ ਦਿੰਦੇ ਹੋ, ਦਾਸ ਨੂੰ ਵੀ ਹੌਸਲਾ ਹੋ ਜਾਂਦਾ ਹੈ ਕਿ ਸੰਗਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਨਾਲ ਪਿਆਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।